दोस्तों, किसी शायर ने क्या खूब किया कि जिससे मिलने की होती है जुस्तजू, खुदा कर ही देता है उसके रूबरू। ਸੋ ਅੱਜ ਦੇ ਇਸ ਪ੍ਰੋਗਰਾਮ 'ਚ ਜਿਸ ਨਾਲ ਮਿਲਣ ਦੀ ਸਾਡੀ ਬੜੀ ਤਮੰਨਾ ਸੀ ਉਹ ਪੂਰੀ ਹੋ ਰਹੀ ਹੈ। ਸਾਡੇ ਮਹਿਮਾਨ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਸਰਦਾਰ ਹਰਮਿੰਦਰ ਸਿੰਘ ਮਦਾਨ ਸਾਹਿਬ, ਸਟੂਡੀਓ 'ਚ ਆਉਣ 'ਤੇ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਕੀਮਤੀ ਵਕਤ ਕੱਢਿਆ, ਕਿਉਂਕਿ ਕਹਿੰਦੇ ਨੇ ਜੱਜ ਦੀ ਜੌਬ ਐਸੀ ਹੁੰਦੀ ਹੈ ਕਿ 24 ਘੰਟੇ ਦੀ ਹੀ ਨੌਕਰੀ ਹੈ। ਜੀ ਜੀ, ਜ਼ਿੰਮੇਵਾਰੀ ਬੜੀ ਵੱਡੀ ਹੁੰਦੀ ਹੈ ਜੀ। ਅਤੇ ਉਹਦੇ ਵਿੱਚੋਂ ਵਕਤ ਕੱਢ ਕੇ ਤੁਸੀਂ ਸਾਡੇ ਸਰੋਤਿਆਂ ਦੇ ਸਨਮੁਖ ਹੋਏ ਹੋ, ਉਹਦੇ ਲਈ ਇੱਕ ਵਾਰੀ ਫੇਰ ਸ਼ੁਕਰੀਆ। ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਕਿ ਕੀ ਬਚਪਨ ਤੋਂ ਹੀ ਤੁਹਾਡੀ ਖਾਹਿਸ਼ ਸੀ ਕਿ ਮੈਂ ਜੁਡੀਸ਼ਰੀ 'ਚ ਜਾਣਾ, ਜੱਜ ਬਣਨਾ, ਕਿ ਬਾਈ ਚਾਂਸ ਹੀ ਇੱਧਰ ਨੂੰ ਰੁਝਾਨ ਹੋ ਗਿਆ? ਨਹੀਂ, ਬਚਪਨ ਤੋਂ ਤਾਂ ਨਹੀਂ ਕਹਿ ਸਕਦੇ, ਪਰ ਚਾਂਸ ਹੀ ਕਹਿ ਲਓ, ਕਿਉਂਕਿ ਮੈਂ ਜਿਸਲੇ ਆਪਣੀ ਸਕੂਲ ਵਿੱਦਿਆ ਖ਼ਤਮ ਕੀਤੀ ਹੈ, ਕਾਲਜ ਵਿੱਚ ਮੈਂ ਸਾਇੰਸ ਦੇ ਸਬਜੈਕਟ ਲਏ ਜੀ। ਤੋ ਮੇਰਾ ਏਮ ਇਹ ਸੀ ਕਿ ਡਾਕਟਰ ਬਣਿਆ ਜਾਵੇ। ਅੱਛਾ ਜੀ। ਲੇਕਿਨ ਸਮਹਾਓ ਔਰ ਦਾ ਅਦਰ ਉਹ ਨਹੀਂ ਹੋ ਸਕਿਆ। ਮੈਂ ਫਿਰ BSc ਕਰਕੇ, ਜੋ ਮੈਂ ਲੈਲਪੁਰ ਖਾਲਸਾ ਕਾਲਜ ਜਲੰਧਰ ਤੋਂ ਕੀਤੀ, ਫਿਰ ਮੈਂ ਲਾਅ 'ਚ ਐਡਮਿਸ਼ਨ ਲੈ ਲਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਸੈਂਟਰ ਜਲੰਧਰ ਜੀ। ਤੋ ਲਾਅ ਕੰਪਲੀਟ ਕਰਨ ਤੋਂ ਬਾਅਦ ਫਿਰ ਮੈਂ ਵਕਾਲਤ ਸ਼ੁਰੂ ਕਰ ਦਿੱਤੀ ਡਿਸਟ੍ਰਿਕਟ ਕੋਰਟ ਜਲੰਧਰ। ਜੀ। ਵਕਾਲਤ ਦੇ ਦੌਰਾਨ ਮੈਂ ਮਹਿਸੂਸ ਕੀਤਾ ਕਿ ਮੈਂ ਐਜ਼ ਏ ਜੱਜ ਜਿਹੜਾ ਨਾ ਉਹ ਸੁਸਾਇਟੀ ਦੀ ਸੇਵਾ ਬੈਟਰ ਢੰਗ ਨਾਲ ਕਰ ਸਕਾਂਗਾ। ਜੀ। ਤਾਂ ਇਸ ਕਰਕੇ ਜਦੋਂ ਜੁਡੀਸ਼ਰੀ ਦੇ ਪੇਪਰ ਆਏ ਜਾਂ ਜਦੋਂ ਐਗਜ਼ਾਮ ਹੋਇਆ ਤਾਂ ਮੈਂ ਉਹਦੇ 'ਚ ਅਪੀਅਰ ਹੋਇਆ ਅਤੇ ਬੜੀ ਪਰਮਾਤਮਾ ਦੀ ਕਿਰਪਾ ਹੋਈ ਜੀ, ਫਸਟ ਅਟੈਂਪਟ 'ਚ ਮੈਂ ਉਹ ਕਲੀਅਰ ਕਰ ਲਿਆ। ਵਾਹ। ਅਤੇ ਫਿਰ ਮੈਂ 1990 ਦੇ ਵਿੱਚ ਜਾ ਕੇ ਜੁਡੀਸ਼ਰੀ ਜੁਆਇਨ ਕੀਤੀ। ਤਾਂ ਫਿਰ ਕਰਦਿਆਂ ਕਰਾਉਂਦਿਆਂ ਫਿਰ ਮੈਂ ਦਸੰਬਰ 2016 'ਚ ਹਾਈ ਕੋਰਟ ਦਾ ਜੱਜ ਐਲੀਵੇਟ ਹੋਇਆ ਜੀ। ਮਤਲਬ ਕਹਿ ਲਓ ਕਿ ਆਪੇ ਹੀ ਇੱਕ ਕਿਸਮਤ ਦਾ ਵੇਗ ਉੱਧਰ ਨੂੰ ਲੈ ਗਿਆ। ਹਾਂ, ਇਹ ਕਹਿ ਸਕਦੇ ਹਾਂ ਜੀ, ਇਸੇ ਤਰ੍ਹਾਂ ਹੋਇਆ, ਕਿਉਂਕਿ ਸ਼ੁਰੂ ਤੋਂ ਨਹੀਂ ਸੀ ਮੈਂ ਸੋਚਿਆ ਕਿ ਮੈਂ ਜੁਡੀਸ਼ਰੀ ਵਾਲੇ ਪਾਸੇ ਜਾਣਾ। ਵਾਹ, ਕਮਾਲ ਦੀ ਗੱਲ। ਅੱਛਾ, ਇਹ ਦੱਸੋ ਕਿ ਜਿਹੜੇ ਤੁਹਾਡੇ ਪਿਤਾ ਜੀ ਸੀ ਉਹ ਤਾਂ ਬੜੇ ਸੂਖਮ ਕਲਾਵਾਂ ਦੇ ਨਾਲ ਜੁੜੇ ਹੋਏ ਸੀ ਜੀ। ਮੈਨੂੰ ਯਾਦ ਹੈ, ਹਾਲੇ ਵੀ ਸਾਡੇ ਕੋਲ 1-2 ਡਰਾਮੇ ਉਹਨਾਂ ਦੇ ਲਿਖੇ ਜੀ ਪ੍ਰਿਜ਼ਰਵ ਪਏ ਨੇ ਆਕਾਸ਼ਵਾਣੀ ਕੋਲ। ਜੀ। ਤੁਹਾਡਾ ਵੀ ਕਦੀ ਇੱਦਾਂ ਦਾ ਰੁਝਾਨ ਰਿਹਾ ਉਹਨਾਂ ਨੂੰ ਦੇਖ ਕੇ ਜਾਂ ਨਹੀਂ? ਹਾਂ, ਨਹੀਂ, ਮੈਂ ਉਹਨਾਂ ਦੇ ਨਾਲ ਰੇਡੀਓ ਸਟੇਸ਼ਨ ਕਈ ਵਾਰੀ ਆਇਆ ਅਤੇ ਸ਼ੁਰੂ 'ਚ ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਮੈਂ ਪਾਰਟੀਸਪੇਟ ਕੀਤਾ ਜੀ। ਅੱਛਾ ਜੀ। ਉਸ ਤੋਂ ਬਾਅਦ ਫਿਰ ਜਦੋਂ ਮੈਂ ਕਾਲਜ ਦੇ ਵਿੱਚ ਪੜ੍ਹਦਾ ਸੀ ਤਾਂ ਯੁਵਵਾਣੀ ਪ੍ਰੋਗਰਾਮ ਹੁੰਦਾ ਸੀ। ਹਾਂਜੀ ਹਾਂ, ਉਹਦੇ ਵਿੱਚ ਮੈਂ ਆਉਂਦਾ ਰਿਹਾ। ਫਿਰ ਜਦੋਂ ਮੈਂ ਲਾਅ ਕਰਕੇ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਫਿਰ ਲੀਗਲ ਸਬਜੈਕਟਸ 'ਤੇ ਮੈਨੂੰ ਕਈ ਵਾਰੀ ਜਿਹੜਾ ਉਹ ਦਿਹਾਤੀ ਪ੍ਰੋਗਰਾਮ 'ਚ ਆਉਣ ਦਾ ਮੌਕਾ ਮਿਲਿਆ, ਅਤੇ ਉਦੋਂ ਇੰਟਰਵਿਊ ਜ਼ਿਆਦਾਤਰ ਮੇਰਾ ਕਰਦੇ ਹੁੰਦੇ ਸੀ ਬਲਵਿੰਦਰ ਵਿੱਕੀ ਜੀ, ਜਿਨ੍ਹਾਂ ਨੂੰ ਚਾਚਾ ਰੌਣਕੀ ਰਾਮ ਕਹਿੰਦੇ ਨੇ, ਅਤੇ ਕੁਝ ਟਾਈਮ ਉਹਨਾਂ ਨੇ ਕੀਤਾ ਜੀ ਅਵਿਨਾਸ਼ ਭਾਖੜੀ ਜੀ ਨੇ, ਜਿਹੜੇ ਮਾਸਟਰ ਜੀ ਕਹਿੰਦੇ ਸੀ ਦਿਹਾਤੀ ਪ੍ਰੋਗਰਾਮ। ਸੋ ਬੜਾ ਅੱਛਾ। ਕਹਿਣ ਦਾ ਮਤਲਬ ਕਿ ਤੁਸੀਂ ਵੀ ਆਨੇ ਬਹਾਨੇ ਮੀਡੀਆ ਨਾਲ ਜਾਂ ਕਲਾ ਨਾਲ ਜੁੜੇ ਰਹੇ। ਜੀ ਜੀ ਜੀ। ਔਰ ਇਹ ਬੜੀ ਅੱਛੀ ਗੱਲ ਹੁੰਦੀ ਹੈ ਕਿ ਤੁਸੀਂ ਕਹਿ ਲਓ ਕਿ ਕਾਨੂੰਨ ਦੀ ਦ੍ਰਿਸ਼ਟੀ ਨਾਲ ਹੀ ਹਰੇਕ ਕੇਸ ਦਾ ਫੈਸਲਾ ਲੈਣਾ ਹੁੰਦਾ ਜੀ, ਅਤੇ ਜਿਹੜੀਆਂ ਕਲਾਵਾਂ ਹੁੰਦੀਆਂ ਨੇ ਉਹ ਬਿਲਕੁਲ ਥੋੜ੍ਹਾ ਜਿਹਾ ਹਟ ਕੇ ਸੂਖਮ ਅਤੇ ਜ਼ਿੰਦਗੀ ਨਾਲ ਜੋੜ ਕੇ ਰੱਖਦੀਆਂ ਨੇ। ਜੀ ਜੀ। ਅਤੇ ਤੁਸੀਂ ਇਹਨਾਂ ਦੇ ਵਿੱਚ ਇੱਕ ਬੈਲੈਂਸ ਬਣਾ ਕੇ ਚੱਲੇ ਹੋ ਆਪਣੀ ਜ਼ਿੰਦਗੀ 'ਚ। ਜੀ। ਮਦਾਨ ਸਾਹਿਬ, ਉੱਥੇ ਤਾਂ ਤੁਸੀਂ ਅਦਾਲਤ 'ਚ ਕਰਦੇ ਹੋ ਆਰਡਰ, ਅਤੇ ਘਰ 'ਚ ਕੌਣ ਕਰਦਾ? ਨਹੀਂ, ਘਰ ਦੇ ਵਿੱਚ ਤਾਂ ਦੇਖੋ ਰਲ ਮਿਲ ਕੇ ਹੀ ਹੈ ਆਪਣਾ। ਥੋੜਾ ਤੁਹਾਡਾ ਚੱਲਦਾ ਉੱਥੇ ਕਿ ਘਰ 'ਚ ਥੋੜਾ ਚਲਾਉਣ ਦੀ ਨੌਬਤ ਹੀ ਨਹੀਂ ਆਉਂਦੀ। ਆਪਸ ਵਿੱਚ ਅੰਡਰਸਟੈਂਡਿੰਗ ਦੇ ਨਾਲ ਹੀ ਸਾਰੀ ਜਿਹੜੇ ਉਹ ਚੀਜ਼ ਹੁੰਦੀ ਹੈ। ਔਰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਜੀ ਮੈਂ ਡੋਮੀਨੇਟ ਕਰਨਾ ਜਾਂ ਮੇਰੀ ਵਾਈਫ ਨੇ ਕਰਨਾ ਹੈ। ਆਪਸ 'ਚ ਰਲ ਮਿਲ ਕੇ ਜੋ ਵੀ ਠੀਕ ਅਸੀਂ ਸਮਝਦੇ ਹਾਂ ਉਸ ਹਿਸਾਬ ਨਾਲ ਫੈਸਲੇ। ਨਹੀਂ, ਕਈ ਵਾਰੀ ਦਿਲ 'ਚ ਆ ਹੀ ਜਾਂਦਾ ਵੀ ਮੈਂ ਹਾਈ ਕੋਰਟ ਦਾ ਜੱਜ ਹਾਂ ਅਤੇ ਮੈਂ ਨਹੀਂ, ਉਹ ਜੱਜੀ ਫਿਰ ਅਸੀਂ ਕਚਹਿਰੀ 'ਚ ਛੱਡ ਆਈ ਦੀ ਹੈ, ਘਰ ਨਹੀਂ ਲੈ ਕੇ ਆਉਂਦੇ ਜੀ। ਵਿਆਹ ਕਦੋਂ ਹੋਇਆ ਸੀ ਤੁਹਾਡਾ? ਵਿਆਹ ਮੇਰਾ ਜੀ 1988 ਦੇ ਵਿੱਚ, ਜੂਨ 1988 'ਚ। ਜੀ ਜੀ। ਕਿੱਥੇ ਹੋਇਆ? ਦਿੱਲੀ ਜੀ,
ਦਿੱਲੀ ਦੀ ਕੀ ਨਾਮ ਹੈ ਮੇਰੀ ਉਹਨਾਂ ਦਾ? ਵਾਈਫ ਸਤਵੰਤ ਕੌਰ ਉਹਨਾਂ ਦਾ ਨਾਂ ਹੈ ਜੀ, ਔਰ ਉਹ ਦਿੱਲੀ ਨੂੰ ਬਿਲੋਂਗ ਕਰਦੇ ਜੀ, ਤੇ ਤੁਸੀਂ ਜਲੰਧਰ ਨੂੰ। ਜੀ। ਇਹ ਰਿਸ਼ਤੇਦਾਰੀ 'ਚ ਹੋਇਆ? ਹਾਂ, ਰਿਸ਼ਤੇਦਾਰੀ 'ਚ ਜੀ ਜੀ। ਚਲੋ ਵਧੀਆ। ਅੱਗੋਂ ਬੱਚੇ ਕੀ ਕਰ ਰਹੇ ਨੇ? ਬੱਚੇ 2 ਨੇ ਜੀ। ਵੱਡਾ ਮੇਰਾ ਬੇਟਾ ਹੈ ਜੀ, ਉਹ ਹਾਈ ਕੋਰਟ ਦੇ ਵਿੱਚ ਜੋ ਪ੍ਰੈਕਟਿਸ ਕਰਦਾ। ਉਹਦੀ ਵਾਈਫ ਜਿਹੜੀ ਹੈ ਉਹ ਅਸਿਸਟੈਂਟ ਐਡਵੋਕੇਟ ਜਨਰਲ ਪੰਜਾਬ ਹੈ ਜੀ। ਉਹਨਾਂ ਦਾ ਇੱਕ ਬੇਟਾ ਹੈ। ਮੇਰੀ ਇੱਕ ਬੇਟੀ ਹੈ ਜੀ, ਉਹ ਜਲੰਧਰ ਮੈਰਿਡ ਹੈ। ਉਹਦਾ ਹਸਬੈਂਡ ਵੀ ਐਡਵੋਕੇਟ ਹੈ, ਨਾਲ ਉਹਨਾਂ ਦਾ ਆਪਣਾ ਇੰਡਸਟਰੀ ਵੀ ਹੈਗੀ ਹੈ। ਉਹਨਾਂ ਦਾ ਵੀ ਇੱਕ ਬੇਟਾ ਹੈ। ਪਰਮਾਤਮਾ ਦੀ ਬੜੀ ਕਿਰਪਾ ਜੀ, ਬੜੀ ਸਾਡੀ ਅੱਛੀ ਹੈਪੀ ਫੈਮਿਲੀ ਲਾਈਫ ਹੈ। ਗੁੱਡ, ਬਹੁਤ ਅੱਛੀ ਗੱਲ ਹੈ ਜੀ। ਪਰਮਾਤਮਾ ਇਸੇ ਤਰ੍ਹਾਂ ਹੈਪੀ ਲਾਈਫ ਬਣਾ ਕੇ ਰੱਖੇ ਜੀ। ਪੜ੍ਹਨਾ ਬਹੁਤ ਜ਼ਿਆਦਾ ਪੈਂਦਾ ਆ, ਚਾਹੇ ਤੁਸੀਂ ਲਾਅ ਦੀ ਪ੍ਰੈਕਟਿਸ ਕਰ ਰਹੇ ਹੋਵੋ, ਚਾਹੇ ਤੁਸੀਂ ਜੱਜ ਹੋਵੋ ਜੀ। ਘਰ ਬੈਠ ਕੇ ਵੀ ਫੈਸਲੇ ਲਿਖਣੇ ਪੈਂਦੇ, ਡਿਕਟੇਟ ਕਰਨੇ ਪੈਂਦੇ ਆ, ਜੀ ਜੀ ਨੁਕਤੇ ਲੱਭਣੇ ਪੈਂਦੇ ਆ, ਬੜਾ ਟਾਈਮ ਕੰਜ਼ਿਊਮਿੰਗ ਕੰਮ ਹੁੰਦਾ ਜੀ। ਉਹਦੇ ਵਿੱਚੋਂ ਫੈਮਿਲੀ ਨੂੰ ਟਾਈਮ ਦੇਣ ਲਈ ਕਿੱਦਾਂ ਤੁਸੀਂ ਮੈਨੇਜ ਕਰਦੇ ਹੋ? ਨਹੀਂ, ਇਹ ਮੈਨੇਜ ਹੋ ਜਾਂਦਾ ਜੀ, ਜੇ ਆਪਾਂ ਮੈਥੋਡੀਕਲੀ ਕੰਮ ਕਰੀਏ ਕਿ ਕੋਰਟ ਦੇ ਆਉਣ ਤੋਂ ਬਾਅਦ, ਕੋਰਟ ਟਾਈਮ ਤੋਂ ਬਾਅਦ ਘਰ ਆ ਕੇ ਕੁਝ ਸਮਾਂ ਜਿਹੜਾ ਆਪਣੇ ਫੈਮਿਲੀ ਦੇ ਨਾਲ ਵੀ ਜਿਹੜਾ ਉਹ ਸਪੈਂਡ ਕਰਨਾ ਹੁੰਦਾ। ਤੋ ਬਾਕੀ ਜੋ ਹੈ ਆਪਣੇ ਕੇਸਿਸ ਦੇ ਬਾਰੇ, ਕੁਝ ਕੇਸਿਸ ਕੰਪਲੀਕੇਟਡ ਹੁੰਦੇ ਆ ਜਿਨ੍ਹਾਂ 'ਚ ਸਾਨੂੰ ਸੋਚਣਾ ਪੈਂਦਾ ਜੀ ਕਿ ਇਹਦਾ ਕਿਹੜੇ ਹਿਸਾਬ ਨਾਲ ਫੈਸਲਾ ਕਰਨਾ ਜੀ। ਅਤੇ ਉਹ ਅਸੀਂ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਦਾ ਵੀ ਦਿਮਾਗ ਸਾਡਾ ਕਈ ਵਾਰੀ ਉਹ ਉਸ ਪਾਸੇ ਤੁਰਦਾ ਹੁੰਦਾ ਕਿ ਇਹਨੂੰ ਇਹ ਅਪੀਲ ਅਲਾਓ ਕਰਨੀ ਹੈ ਜਾਂ ਡਿਸਮਿਸ ਕਰਨੀ ਹੈ, ਜਾਂ ਇਸ ਬੰਦੇ ਨੂੰ ਕੈਦ ਕਰਨਾ ਹੈ ਜਾਂ ਛੱਡਣਾ ਹੈ ਜੀ। ਅਤੇ ਉਹ ਅਸੀਂ ਮੈਨੇਜ ਕਰ ਲੈਂਦੇ ਹਾਂ, ਹੋ ਜਾਂਦਾ ਜੀ, ਕੋਈ ਐਸੀ ਗੱਲ ਨਹੀਂ। ਕੋਈ ਇਹ ਨਹੀਂ ਕਿ ਜੀ ਫੈਮਿਲੀ ਦੇ ਸਮੇਂ ਦੇ ਉੱਤੇ ਕੋਈ ਇਨਕਰੋਚਮੈਂਟ ਹੋ ਜਾਵੇ, ਇਸ ਤਰ੍ਹਾਂ ਨਹੀਂ ਹੁੰਦਾ। ਫੈਮਿਲੀ ਨੂੰ ਪੂਰਾ ਸਮਾਂ ਜਿਹੜਾ ਦਿੱਤਾ ਜਾਂਦਾ ਹੈ। ਬੜੀ ਅੱਛੀ ਗੱਲ ਆ। ਮਦਾਨ ਸਾਹਿਬ, ਇੱਕ ਬੜਾ ਸੂਖਮ ਕਿਸਮ ਦਾ ਸਵਾਲ ਆ ਕਿ ਤੁਸੀਂ ਜੱਜ ਹੋ ਜੀ, ਉੱਥੇ ਹੀ ਤੁਹਾਡਾ ਬੇਟਾ ਵਕੀਲ ਆ ਜੀ। ਕਦੀ ਇੱਦਾਂ ਦੀ ਨੌਬਤ ਨਹੀਂ ਆਈ ਕਿ ਉਹਨਾਂ ਦੇ ਪੱਖ 'ਚ ਜਾਂ ਉਹਨਾਂ ਦੇ ਵਿਰੋਧ 'ਚ ਕੋਈ ਫੈਸਲਾ ਲੈਣਾ ਪੈ ਰਿਹਾ ਹੋਵੇ ਤੇ ਦੁਵਿਧਾ ਬਣੀ ਹੋਵੇ? ਇਸ ਤਰ੍ਹਾਂ ਨਹੀਂ ਹੁੰਦਾ ਜੀ ਸੁਖੀ ਜੀ। ਹਾਈ ਕੋਰਟ ਦੇ ਵਿੱਚ ਇਸ ਵਕਤ 66 ਜੱਜ ਨੇ ਜੀ, ਔਰ ਕਈਆਂ ਦੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਉੱਥੇ ਪ੍ਰੈਕਟਿਸ ਕਰਦੇ ਨੇ। ਇਹ ਜਿਹੜਾ ਥਰੂ ਆਊਟ ਦਾ ਕੰਟਰੀ ਹੈ, ਈਵਨ ਹਾਈਐਸਟ ਕੋਰਟ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ। ਲੇਕਿਨ ਜਿਹੜਾ ਵੀ ਜੱਜ ਹੈ ਉਹ ਆਪਣੇ ਰਿਲੇਟਿਵਸ ਦੇ ਨਾਂ ਜਿਹੜਾ ਉਹ ਰਜਿਸਟਰੀ ਦੇ ਦਿੰਦਾ ਹੈ ਕਿ ਇਹਨਾਂ ਦੇ ਕੇਸ ਤੁਸੀਂ ਮੇਰੇ ਕੋਲ ਨਹੀਂ ਲੈ ਕੇ ਆਉਣੇ ਜੀ। ਸੋ ਇਸ ਕਰਕੇ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਕਿਸੇ ਜੱਜ ਦੇ, ਜਿਹੜਾ ਸਿਟਿੰਗ ਜੱਜ ਹੈ, ਉਹਦੇ ਕੇਸ ਜਿਹੜੇ ਆ ਉਸ ਜੱਜ ਦੇ ਕੋਲ ਜਿਹੜੇ ਆ ਉਹ ਨਹੀਂ ਲੱਗਦੇ। ਤੋ ਇਹ ਸਿਚੁਏਸ਼ਨ ਅਰਾਈਜ਼ ਹੀ ਨਹੀਂ ਆਉਂਦੀ ਹੋਈ ਨਹੀਂ ਆ। ਸਾਡੇ ਸੁਣਨ ਵਾਲਿਆਂ ਨੂੰ ਇਹ ਇੱਕ ਨਵੀਂ ਜਾਣਕਾਰੀ ਮਿਲੀ ਆ, ਨਹੀਂ ਤੇ ਮੇਰੇ ਵਰਗਿਆਂ ਨੂੰ ਵੀ ਇਹੀ ਭੁਲੇਖਾ ਸੀ ਕਿ ਸ਼ਾਇਦ ਰਿਸ਼ਤੇਦਾਰੀ ਦੇ ਵਿੱਚ ਕੋਈ ਉਹ ਤਾਂ ਬੜੀ ਫਿਰ ਜਿਹੜੀ ਐਂਬੈਰਸਿੰਗ ਸਿਚੁਏਸ਼ਨ ਹੋ ਜਾਂਦੀ ਹੈ ਨਾ ਜੀ। ਉਹਨੂੰ ਵੀ ਜਿਹੜਾ ਟੈਕਲ ਕਰਨ ਦਾ ਤਰੀਕਾ ਬਣਿਆ ਹੋਇਆ ਕਿ ਉਹ ਕੇਸ ਲੱਗਣਗੇ ਹੀ ਨਹੀਂ ਉਸ ਜੱਜ ਦੇ ਕੋਲ ਜਿਹਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਵਕੀਲ ਹੋਣ। ਜੀ, ਇਹ ਤਾਂ ਬਹੁਤ ਵਧੀਆ ਪ੍ਰੋਵੀਜ਼ਨ ਆ। ਅੱਛਾ, ਗੱਲ ਕਰੀਏ ਸ਼ੌਕ ਜ਼ੌਕ ਦੀ। ਜੀ, ਤੁਹਾਡੀਆਂ ਕੀ ਹੌਬੀਜ਼ ਨੇ? ਮੈਨੂੰ ਸਭ ਤੋਂ ਜ਼ਿਆਦਾ ਨਾ ਜੀ ਰੀਡਿੰਗ ਦਾ ਸ਼ੌਕ ਹੈ ਜੀ। ਮੈਂ ਕਿਤਾਬਾਂ ਪੜ੍ਹਨ ਦਾ ਸ਼ੁਰੂ ਤੋਂ ਮੈਨੂੰ ਬਹੁਤ ਸ਼ੌਕ ਰਿਹਾ। ਮੈਂ ਬਚਪਨ ਤੋਂ ਹੀ ਬੜੇ ਮੈਗਜ਼ੀਨ ਪੜ੍ਹਨੇ ਔਰ ਬੁੱਕਸ ਪੜ੍ਹਨੀਆਂ, ਔਰ ਉਹ ਸ਼ੌਕ ਮੈਨੂੰ ਹੁਣ ਤੱਕ ਵੀ ਹੈ। ਕਿਸ ਤਰ੍ਹਾਂ ਦੀਆਂ ਕਿਤਾਬਾਂ ਜ਼ਿਆਦਾ ਪਸੰਦ ਕਰਦੇ ਹੋ? ਪਹਿਲਾਂ ਸ਼ੁਰੂ ਵਿੱਚ ਤਾਂ ਮੈਂ ਜਿਹੜਾ ਥ੍ਰਿਲਰਸ ਜਿਸ ਤਰ੍ਹਾਂ ਹੁੰਦੇ ਨੇ, ਪੈਰੀ ਮੈਸਨ ਦੇ ਵੀ ਮੈਂ ਪੜ੍ਹਦਾ ਰਿਹਾ, ਅਲਿਸਟਰ ਮੈਕਲਿਨ ਦੇ ਵੀ ਮੈਂ ਪੜ੍ਹਦਾ ਰਿਹਾ। ਪਰ ਹੁਣ ਮੈਂ ਜਿਹੜਾ ਨਾ ਜੀ ਉਹ ਜਿਹੜੇ ਕਰੰਟ ਟੌਪਿਕਸ, ਬਾਇਓਗ੍ਰਾਫੀਜ਼, ਆਟੋਬਾਇਓਗ੍ਰਾਫੀਜ਼, ਕ੍ਰਿਕਟ ਬੁੱਕਸ ਜਿਹੜੀਆਂ ਹੈਗੀਆਂ, ਉਹਨਾਂ ਬਾਰੇ ਮੈਨੂੰ ਪੜ੍ਹਨ ਦਾ ਜਿਹੜਾ ਸ਼ੌਕ ਹੈਗਾ। ਸੈਕੰਡਲੀ, ਮੈਨੂੰ ਮਿਊਜ਼ਿਕ ਸੁਣਨ ਦਾ ਕਾਫੀ ਸ਼ੌਕ ਹੈ ਜੀ। ਜਿਹੜਾ ਕਿਸ ਤਰ੍ਹਾਂ ਦਾ ਮਿਊਜ਼ਿਕ? ਹਿੰਦੀ ਫਿਲਮ ਮਿਊਜ਼ਿਕ, ਜਿਹੜੇ ਓਲਡ ਸਿੰਗਰ ਸੀਗੇ, ਲਤਾ ਮੰਗੇਸ਼ਕਰ, ਮੁਹੰਮਦ ਰਫੀ, ਮੁਕੇਸ਼, ਕਿਸ਼ੋਰ ਕੁਮਾਰ, ਇਹਨਾਂ ਦੇ ਸੌਂਗ ਮੈਂ ਬੜੇ ਸ਼ੌਕ ਨਾਲ ਸੁਣਦਾ। ਔਰ ਮਾਡਰਨ ਜਿਹੜੇ ਪੰਜਾਬੀ ਸਿੰਗਰ ਨੇ ਉਹਨਾਂ ਦੇ ਵੀ ਗਾਣੇ ਸੁਣਨੇ ਮੈਨੂੰ ਅੱਛੇ ਲੱਗਦੇ ਨੇ ਜੀ। ਬਹੁਤ ਖੂਬ। ਮਾਡਰਨ ਗਾਣੇ ਸੁਣ ਕੇ ਆਪਣੇ ਆਪ ਨੂੰ ਜਵਾਨ ਰੱਖਣਾ ਇਹ ਬੜਾ ਜ਼ਰੂਰੀ ਹੈ। ਨਹੀਂ, ਠੀਕ ਹੈ। ਉਹਨਾਂ ਵਿੱਚ ਦੇਖੋ ਜਿਹੜਾ ਪੰਜਾਬੀ ਪੌਪ ਹੈ ਨਾ ਜੀ, ਉਹਦੀ ਜਿਹੜੀ ਬੀਟ ਹੈ ਉਹ ਦੁਨੀਆ ਦੇ ਵਿੱਚ ਜਿਹੜੀ ਹੈ ਬਹੁਤ ਪਾਪੂਲਰ ਹੈ। ਜਿਹੜੇ ਲੋਕੀ ਪੰਜਾਬੀ ਨਹੀਂ ਵੀ ਜਾਣਦੇ
ਉਹ ਵੀ ਬੀਟ ਸੁਣ ਕੇ ਉੱਤੇ ਜਿਹੜਾ ਨਾ ਜੀ ਉਹ ਡਾਂਸ ਕਰਨ 'ਤੇ ਮਜਬੂਰ ਹੋ ਜਾਂਦੇ ਆ। ਸੋ ਇਹ ਜਿਹੜੀ ਸਾਡੀ ਮਿਊਜ਼ਿਕ ਦੇ ਵਿੱਚ ਖਾਸ ਗੱਲ ਹੈ ਨਾ ਜੀ, ਢੋਲ ਦੀ ਬੀਟ ਖਾਸ ਤੌਰ 'ਤੇ ਜੀ, ਉਹ ਬਾਕਮਾਲ ਆ, ਔਰ ਇਸ ਕਰਕੇ ਮੈਨੂੰ ਉਹ ਸੁਣਨੇ ਅੱਛੇ ਲੱਗਦੇ। ਮਦਾਨ ਸਾਹਿਬ, ਇਨਸਾਨ ਨੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਹਰੇਕ ਨੇ ਬਣਾਈਆਂ ਹੁੰਦੀਆਂ ਨੇ। ਜੀ, ਤੁਹਾਡੀਆਂ ਕੀ ਯੋਜਨਾਵਾਂ ਨੇ ਆਫਟਰ ਰਿਟਾਇਰਮੈਂਟ? ਤੁਸੀਂ ਕੀ ਚਾਹੋਗੇ ਕਿ ਲਾਅ ਦੀ ਪ੍ਰੈਕਟਿਸ ਕੀਤੀ ਜਾਵੇ ਜਾਂ ਕੋਈ ਆਪਣੇ ਸ਼ੌਕ ਜ਼ੌਕ ਜੋ ਅਧੂਰੇ ਨੇ ਉਹਨਾਂ ਨੂੰ ਪੂਰਾ ਕੀਤਾ ਜਾਏ? ਮੇਰੀ ਜੋ ਆਪਣਾ ਇਸ ਵਕਤ ਸੋਚ ਹੈ ਨਾ ਜੀ, ਕਿ ਮੈਂ ਰਿਟਾਇਰਮੈਂਟ ਤੋਂ ਬਾਅਦ ਕੁਝ ਇਸ ਤਰ੍ਹਾਂ ਦੀ ਚੀਜ਼ ਕਰਾਂ ਕਿ ਆਪਣੀ ਸਟੇਟ ਵਾਸਤੇ ਔਰ ਆਪਣੇ ਲੋਕਾਂ ਵਾਸਤੇ, ਤਾਂ ਕਿ ਜੋ ਸੁਸਾਇਟੀ ਨੇ ਮੈਨੂੰ ਕੁਝ ਦਿੱਤਾ ਹੈ ਉਹ ਮੈਂ ਪੇ ਬੈਕ ਕਰ ਸਕਾਂ। ਪਹਿਲੀ ਗੱਲ ਜੋ ਮੈਨੂੰ ਸਭ ਤੋਂ ਜ਼ਿਆਦਾ ਡਿਸਟਰਬ ਕਰਦੀ ਹੈ ਉਹ ਹੈ ਕਿ ਸਾਡੀ ਸਟੇਟ ਦੇ ਵਿੱਚ ਇਸ ਵੇਲੇ ਡਰੱਗ ਐਡਿਕਸ਼ਨ ਬਹੁਤ ਜ਼ਿਆਦਾ ਹੈ, ਜਿਹਦੇ ਨਾਲ ਬਹੁਤ ਜਿਹੜੀਆਂ ਫੈਮਲੀਜ਼ ਨੇ ਉਹ ਬਹੁਤ ਅਫੈਕਟ ਹੋ ਰਹੀਆਂ ਔਰ ਬੜਾ ਉਹਦਾ ਭੈੜਾ ਅਸਰ ਪੈ ਰਿਹਾ। ਸੋ ਉਹਦੇ ਨਾਲ ਫੈਮਲੀ ਲਾਈਫ ਵੀ ਡਿਸਟਰਬ ਹੁੰਦੀ ਹੈ, ਸੋਸ਼ਲ ਫੈਬਰਿਕ ਵੀ ਜਿਹੜਾ ਖ਼ਰਾਬ ਹੋ ਰਿਹਾ। ਤੋ ਮੇਰੀ ਇਹ ਕੋਸ਼ਿਸ਼ ਰਹੇਗੀ ਜੀ ਕਿ ਲੋਕਾਂ ਨੂੰ ਜਿਹੜਾ ਹੈ ਨਾ ਡਰੱਗ ਐਡਿਕਸ਼ਨ ਤੋਂ ਦੂਰ ਜਿਹੜਾ ਉਹ ਕੀਤਾ ਜਾਵੇ। ਔਰ ਸੈਕੰਡਲੀ ਮੈਂ ਇਹ ਦੇਖ ਰਿਹਾ ਕਿ ਜੋ ਨੌਜਵਾਨ ਨੇ ਸਾਡੀ ਸਟੇਟ ਦੇ, ਉਹਨਾਂ ਦਾ ਇੱਕ ਰੁਝਾਨ ਹੁਣ ਹੋ ਗਿਆ ਹੈ ਬਹੁਤ ਤੇਜ਼ੀ ਨਾਲ ਜਿਹੜਾ ਬਾਹਰਲੇ ਮੁਲਕਾਂ 'ਚ ਜਾਣ ਦਾ। ਜੀ, ਅੱਛਾ, ਬਾਹਰਲੇ ਮੁਲਕਾਂ 'ਚ ਜਾਣ ਵਾਸਤੇ ਜਿਹੜੇ ਉਹ ਤਰੀਕੇ ਇਸਤੇਮਾਲ ਕਰਦੇ ਨੇ ਏਜੰਟਾਂ ਨੂੰ ਕਹਿ ਕੇ, ਏਜੰਟ ਵੀ ਜਿਹੜੇ ਅਨਰਜਿਸਟਰਡ ਏਜੰਟ ਨੇ ਜਾਂ ਕੋਈ ਦੁਕਾਨਦਾਰ ਹੈ, ਕੋਈ ਹੋਰ ਕੰਮ ਕਰਦਾ ਨਾਲ ਆਪਣਾ ਏਜੰਟੀ ਕਰੀ ਜਾਂਦਾ ਜੀ, ਉਹਨਾਂ ਦੇ ਰਾਹੀਂ ਜਾਣ ਨਾਲ ਮੈਂ ਦੇਖਿਆ ਜੀ ਕਿ ਕਾਫੀ ਜੋ ਸਾਡੇ ਬੱਚੇ ਹੈ ਉਹ ਉਹਨਾਂ ਦੀ ਜਾਨੀ ਨੁਕਸਾਨ ਵੀ ਹੋਇਆ। ਬਿਲਕੁਲ ਜੀ। ਉਹ ਕੋਈ ਕੰਧ ਟੱਪਦਾ ਮਰ ਗਿਆ, ਕੋਈ ਜੋ ਮਾਲਟਾ ਕਾਂਡ ਤੋਂ ਮਾਲਟਾ ਕਾਂਡ ਵੀ ਹੋਇਆ ਜੀ। ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਕੋਈ ਆਪਣਾ ਜਿਹੜਾ ਸਮੁੰਦਰ ਪਾਰ ਕਰਦਾ ਜਾਂ ਕੋਈ ਜੰਗਲਾਂ ਦੇ ਵਿੱਚ ਰੁਲ ਗਏ ਜੀ। ਸੋ ਮੈਂ ਚਾਹੁੰਦਾ ਜੀ ਕਿ ਜੇ ਬੱਚਿਆਂ ਨੇ, ਅੱਵਲ ਤਾਂ ਪਹਿਲੀ ਗੱਲ ਇਹ ਹੈ ਜੀ ਕਿ ਬੱਚਿਆਂ ਨੂੰ ਜਿਹੜਾ ਹੈ ਨਾ ਜੀ ਇਹ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪਣੇ ਮੁਲਕ 'ਚ ਰਹਿ ਕੇ ਅਤੇ ਆਪਣੇ ਮੁਲਕ ਦੀ ਤਰੱਕੀ ਵਾਸਤੇ ਕੰਮ ਕਰਨ ਔਰ ਇੱਥੇ ਹੀ ਰਹਿਣ। ਪਰ ਜੇ ਉਹ ਜਾਣਾ ਹੀ ਚਾਹੁੰਦੇ ਨੇ ਤਾਂ ਉਹ ਲੀਗਲ ਤਰੀਕੇ ਦੇ ਨਾਲ ਜਾਣ, ਕੋਈ ਐਸੇ ਤਰੀਕੇ ਨਾਲ ਨਾ ਜਾਣ ਕਿ ਉਹਨਾਂ ਦੀ ਆਪਣੀ ਜਾਨ ਹੀ ਖਤਰੇ 'ਚ ਪੈ ਜਾਵੇ। ਅਤੇ ਇਸ ਤਰ੍ਹਾਂ ਦੇ ਕੰਮ ਜਿਹੜੇ ਨਾ ਮੈਂ ਚਾਹੁੰਦਾ। ਅੱਛਾ, ਮੈਂ ਇਹ ਵੀ ਸੋਚਦਾ ਕਿ ਅੱਜ ਕੱਲ੍ਹ ਜਿਹੜਾ ਵਿੱਦਿਆ ਦਾ ਸਿਸਟਮ ਹੈ ਜਿਹਦੇ ਵਿੱਚ ਅਸੀਂ ਜਿਹੜੀਆਂ ਡਿਗਰੀਆਂ ਦੇਈ ਜਾਂਦੇ ਹਾਂ, ਉਹਦੀ ਬਜਾਏ ਕੋਈ ਇਸ ਤਰ੍ਹਾਂ ਦਾ ਸਿਸਟਮ ਇੰਟਰੋਡਿਊਸ ਕੀਤਾ ਜਾਵੇ ਕਿ ਵੋਕੇਸ਼ਨਲ ਕੋਰਸ ਹੋਣ ਜਿਹੜੇ ਕਿ ਉਹਨਾਂ ਨੂੰ ਇੰਪਲੋਇਮੈਂਟ ਜਿਹੜੇ ਆ ਲੱਭਣ ਦੇ ਵਿੱਚ ਉਹਨਾਂ ਨੂੰ ਸਹਾਈ ਹੋਣ। ਸੋ ਮੇਰੇ ਦਿਮਾਗ ਵਿੱਚ ਸੋਚ ਇਹ ਹੈ, ਅਤੇ ਬਾਕੀ ਤਾਂ ਕੁਦਰਤ ਦੇ ਹੱਥ 'ਚ ਹੈ। ਮੈਂ ਕੋਸ਼ਿਸ਼ ਕਰਾਂਗਾ ਜੀ ਆਪਣੇ ਵੱਲੋਂ ਜਿੰਨਾ ਵੀ ਹੋ ਸਕਿਆ। ਇਹ ਬੜੀ ਅੱਛੀ ਗੱਲ ਹੈ ਜੀ ਕਿ ਤੁਹਾਡੀ ਲਾਈਫ ਦਾ ਤਜਰਬਾ ਜੀ ਔਰ ਤੁਹਾਡੀ ਪੜ੍ਹਾਈ ਦਾ ਜਿੰਨਾ ਵੀ ਤਜਰਬਾ ਆ, ਜੇ ਉਹ ਤੁਸੀਂ ਦੇਸ਼, ਕੌਮ, ਸਮਾਜ ਵਾਸਤੇ ਲਾਉਂਦੇ ਹੋ ਜੀ ਤਾਂ ਦੇਸ਼ ਨੂੰ, ਸਮਾਜ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ। ਅੱਛਾ, ਇੱਕ ਸਵਾਲ ਮੇਰੇ ਜ਼ਿਹਨ 'ਚ ਆਉਂਦਾ ਔਰ ਤਕਰੀਬਨ ਹਰੇਕ ਬੰਦੇ ਦੇ ਦਿਮਾਗ 'ਚ ਇਹ ਸਵਾਲ ਜ਼ਰੂਰ ਹੁੰਦਾ ਆ। ਉਹਨਾਂ ਨੂੰ ਲੱਗਦਾ ਹੈ ਕਿ ਜੱਜ ਦੇ ਉੱਤੇ ਇੱਕ ਕਿਸਮ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਉਹ ਕਿਤੇ ਨਾ ਕਿਤੇ ਸਰਵੇਲੈਂਸ 'ਚ ਵੀ ਹੁੰਦਾ, ਇਸ ਕਰਕੇ ਉਹਦੀ ਸਮਾਜਿਕ ਜ਼ਿੰਦਗੀ, ਸੋਸ਼ਲ ਲਾਈਫ ਨਾ ਦੇ ਬਰਾਬਰ ਹੀ ਰਹਿ ਜਾਂਦੀ ਹੈ। ਕੀ ਇਹ ਗੱਲ ਸੱਚ ਹੈ? ਨਹੀਂ, ਇਹ ਇਸ ਤਰ੍ਹਾਂ ਨਹੀਂ ਜੀ ਕਿ ਤੁਸੀਂ ਬਿਲਕੁਲ ਹੀ ਸੁਸਾਇਟੀ ਤੋਂ ਕੱਟ ਆਫ ਹੋ ਜਾਣਾ। ਜਿਹੜੀ ਤੁਹਾਡੇ ਰਿਸ਼ਤੇਦਾਰ ਨੇ, ਕਲੋਜ਼ ਰਿਸ਼ਤੇਦਾਰ ਨੇ ਜਾਂ ਫਰੈਂਡਸ ਹੈ, ਉਹਨਾਂ ਨਾਲ ਤੁਸੀਂ ਬਿਲਕੁਲ ਮਿਲ ਗਿਲ ਸਕਦੇ ਹੋ। ਪਰ ਇਹ ਇਸ ਗੱਲ ਦਾ ਖਿਆਲ ਰੱਖਣਾ ਹੁੰਦਾ ਜੀ ਕਿ ਜਿਹੜੇ ਲਿਟੀਗੈਂਟਸ ਨੇ ਜਾਂ ਜਿਨ੍ਹਾਂ ਦੇ ਕੇਸ ਚੱਲਦੇ ਨੇ ਜਾਂ ਜਿਨ੍ਹਾਂ ਦੇ ਕੇਸ ਹੋ ਸਕਦੇ ਆ, ਉਹਨਾਂ ਤੋਂ ਜਿਹੜਾ ਦੂਰੀ ਬਣਾ ਕੇ ਰੱਖੀ ਜਾਵੇ। ਬਾਕੀ ਇਹ ਕੋਈ ਗੱਲ ਨਹੀਂ ਕਿ ਜੇ ਤੁਹਾਡੀ ਕੌਨਸ਼ੀਅਸ ਕਲੀਅਰ ਹੈ ਔਰ ਤੁਸੀਂ ਜਿਹੜੇ ਔਨ ਮੈਰਿਟਸ ਫੈਸਲੇ ਕਰਦੇ ਹੋ ਤਾਂ ਫਿਰ ਕੋਈ ਇੰਨੀ ਵੀ ਨਹੀਂ ਇਹ ਸਰਵੇਲੈਂਸ ਵਾਲੀ ਗੱਲ ਹੈਗੀ। ਜਿਹੜੇ ਬੰਦੇ ਆਪਣੀ ਕੌਨਸ਼ੀਅਸ ਦੀ ਗੱਲ ਸੁਣਦੇ ਨੇ ਉਸ ਹਿਸਾਬ ਨਾਲ ਉਹ ਸੁਸਾਇਟੀ 'ਚ ਮੂਵ ਕਰਦੇ ਨੇ ਜੀ। ਇਹ ਨਹੀਂ ਹੈ, ਬਿਲਕੁਲ ਕੱਟ ਆਫ ਹੋਣ ਵਾਲੀ ਵੀ ਗੱਲ ਨਹੀਂ ਹੈ। ਸਾਨੂੰ ਵੀ ਇਹ ਗੱਲ ਨਵੀਂ ਪਤਾ ਲੱਗੀ ਹੈ ਜੀ ਕਿ ਆਮ ਤੌਰ 'ਤੇ ਇਹੀ ਧਾਰਨਾ ਬਣੀ ਹੋਈ ਆ ਕਿ ਜੱਜਿਸ ਨੂੰ ਬਿਲਕੁਲ ਹੀ ਆਪਣੇ ਆਪ ਨੂੰ ਆਈਸੋਲੇਟ ਕਰਕੇ ਰੱਖਣਾ ਪੈਂਦਾ ਆ ਸਮਾਜ ਨਾਲੋਂ। ਅਗਲੀ ਗੱਲ ਮੈਂ ਇਹ ਪੁੱਛਣਾ ਚਾਹੁੰਦਾ, ਫਿਰ ਤੁਹਾਡੇ ਸ਼ੌਕ ਜ਼ੌਕ ਨਾਲ ਜੁੜੀ ਹੋਈ ਗੱਲ, ਕਿ ਕਦੀ ਆਪਣਾ ਦਿਲ ਕੀਤਾ ਕਿ ਮੈਂ ਵੀ ਜ਼ਰਾ ਕੋਈ ਗਾਣਾ ਗਾਵਾਂ, ਗੁਣਗੁਣਾਵਾਂ? ਕਿਉਂਕਿ ਹਰੇਕ ਦਿਲ ਦੇ ਅੰਦਰ ਕੁਛ ਨਾ ਕੁਛ ਇੱਕ ਛੋਟਾ ਜਿਹਾ ਸਿੰਗਰ ਤਾਂ ਹੁੰਦਾ ਹੀ ਆ। ਨਹੀਂ, ਉਹ ਠੀਕ ਹੈ ਤੁਹਾਡੀ ਗੱਲ, ਲੇਕਿਨ ਮੈਨੂੰ ਸੁਣਨਾ ਜ਼ਿਆਦਾ ਅੱਛਾ ਲੱਗਦਾ। ਮੈਨੂੰ ਆਪਣੀ ਲਿਮਿਟੇਸ਼ਨ ਦਾ ਪਤਾ ਵੀ ਮੈਂ ਕੋਈ ਬਹੁਤ ਅੱਛਾ ਸਿੰਗਰ ਨਹੀਂ ਜਾਂ ਮੈਂ ਕੋਈ ਬਹੁਤ ਵਧੀਆ ਨਹੀਂ ਗਾਣੇ ਗਾ ਸਕਦਾ।
ਲੇਕਿਨ ਇਹ ਠੀਕ ਹੈ, ਕਿਸੇ ਵੇਲੇ ਵਿਹਲੇ ਟਾਈਮ ਦੇ ਵਿੱਚ ਥੋੜ੍ਹਾ ਬਹੁਤਾ ਉਹ ਜਿੱਦਾਂ ਹੁੰਦਾ ਗੁਣਗੁਣਾਉਣਾ ਉਹ ਹੋ ਜਾਂਦਾ। ਲੇਕਿਨ ਕੋਈ ਵੀ ਸਟੇਜ 'ਤੇ ਜਾ ਕੇ ਮੈਂ ਪਰਫੋਰਮ ਕਰਾਂ ਜਾਂ ਕਿਸੇ ਅਸੈਂਬਲੀ ਵਿੱਚ ਮੈਂ ਕਰਾਂ, ਉਹ ਨਹੀਂ। ਉਹ ਮਤਲਬ ਘਰ ਗੁਣਗੁਣਾ ਲੈਂਦੇ ਹੋ ਥੋੜ੍ਹਾ ਬਹੁਤ ਵਾਈਫ ਦੇ ਸਾਹਮਣੇ? ਜੀ ਜੀ। ਕਿਹੜਾ ਗਾਣਾ ਸਭ ਤੋਂ ਦਿਲ ਦੇ ਕਰੀਬ ਹੈ ਤੁਹਾਡੇ? ਕਈ ਨੇ ਜੀ, ਇਸ ਵਕਤ ਮੈਂ ਕਿਸੇ ਪਰਟੀਕੂਲਰ ਸੌਂਗ ਬਾਰੇ ਤਾਂ ਨਹੀਂ ਕਹਿ ਸਕਦਾ। ਮੈਨੂੰ ਪੰਜਾਬੀ ਸੌਂਗ ਵੀ ਬੜੇ ਅੱਛੇ ਲੱਗਦੇ ਨੇ, ਪੁਰਾਣੇ ਆ। ਉਹ ਜਦੋਂ ਦਿਲ ਕਰੇ ਜਾਂ ਕੋਈ ਕਈ ਵਾਰੀ ਜਦੋਂ ਅਸੀਂ ਚੰਡੀਗੜ੍ਹ ਦੇ ਵਿੱਚ ਜਦੋਂ ਜਾਂਦੇ ਹਾਂ ਜੀ, ਰੋਜ਼ ਗਾਰਡਨ ਦੇ ਵਿੱਚ, ਉਹ ਸ਼ਾਮ ਨੂੰ ਉਹ ਫਿਲਮੀ ਸੌਂਗ ਦੀ ਟਿਊਨ ਲਾਉਂਦੇ ਨੇ। ਅੱਛਾ ਜੀ। ਉਹ ਜਦੋਂ ਟਿਊਨ ਲੱਗਦੀ ਹੋਵੇ ਫਿਰ ਨਾਲ ਥੋੜ੍ਹਾ ਆਉਂਦਾ ਵੀ ਉਹਦੀ ਜਿਹੜੀ ਵਰਡਿੰਗ ਹੈ ਉਹ ਫਿਰ ਮੈਨੂੰ ਯਾਦ ਆ ਜਾਂਦੀ ਆ। ਫਿਰ ਮੈਂ ਕਈ ਵਾਰੀ ਉਹ ਆਪਸ ਹੀ ਗੱਲ ਹੀ ਹੈ, ਕੋਈ ਜ਼ਿਆਦਾ ਨਹੀਂ ਜੀ। ਜੀ ਫਿਲਮ ਵਗੈਰਾ ਦੇਖਣ ਜਾਂਦੇ ਹੋ? ਨਹੀਂ, ਮੈਨੂੰ ਫਿਲਮਾਂ ਦਾ ਨਹੀਂ ਸ਼ੌਂਕ ਜੀ ਬਹੁਤਾ ਦੇਖਣ ਦਾ, ਮੈਂ ਫਿਲਮ ਨਹੀਂ ਦੇਖਦਾ। ਕਈ ਵਾਰੀ ਹੁੰਦਾ ਆਪ ਨੂੰ ਸ਼ੌਕ ਹੋਵੇ ਨਾ ਹੋਵੇ, ਪਰ ਘਰਦਿਆਂ ਕਰਕੇ ਨਾਲ ਜਾਣਾ ਹਾਂ, ਨਹੀਂ ਕਈ ਵਾਰੀ ਜਾਣਾ ਪੈਂਦਾ ਜੀ, ਉਹ ਜਾਈਦਾ, ਪਰ ਫਿਰ ਵਨਸ ਇਨ ਏ ਵਾਈਲ, ਬਹੁਤ ਜ਼ਿਆਦਾ ਨਹੀਂ, ਕਦੇ ਕਦਾਈ। ਜੀ ਜੀ। ਅੱਜ ਆਵਾਜ਼ ਦੀ ਦੁਨੀਆ ਦੇ ਇਸ ਮਾਧਿਅਮ ਨਾਲ ਤੁਸੀਂ ਜੁੜੇ ਹੋਏ ਹੋ, ਔਰ ਤੁਹਾਨੂੰ ਸਾਡੇ ਬਹੁਤ ਸਾਰੇ ਸਰੋਤੇ ਸੁਣ ਰਹੇ ਨੇ ਜੀ। ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਜਿਹੜੇ ਗਾਇਕੀ, ਗੀਤਕਾਰੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਸਮਾਜ ਨੂੰ ਗੰਧਲਾ ਕਰ ਰਹੇ ਨੇ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਇਹੀ ਸੁਨੇਹਾ ਦੇਣਾ ਚਾਹਾਂਗਾ ਜੀ, ਆਪਣੀ ਜਿਹੜੀ ਸਟੇਟ ਦਾ ਯੂਥ ਹੈ, ਕਿ ਪਹਿਲਾਂ ਤਾਂ ਤੁਸੀਂ ਜਿਹੜਾ ਡਰੱਗਸ ਤੋਂ ਜਿਹੜੀ ਦੂਰੀ ਬਣਾ ਕੇ ਰੱਖੋ, ਕਿਉਂਕਿ ਡਰੱਗਸ ਜਿਹੜਾ ਨਾ ਜੀ ਉਹ ਬਹੁਤ ਜ਼ਿਆਦਾ ਸਾਡੀ ਸੁਸਾਇਟੀ ਨੂੰ ਅਫੈਕਟ ਕਰ ਰਿਹਾ। ਪਹਿਲੀ ਗੱਲ ਤਾਂ ਇਹ ਹੈ ਕਿ ਹੈਲਥ ਜਿਹੜੀ ਹੈ ਬਹੁਤ ਬੁਰੀ ਤਰ੍ਹਾਂ ਇਫੈਕਟ ਹੁੰਦੀ ਹੈ। ਜਿਹੜਾ ਬੰਦਾ ਡਰੱਗਸ ਲੈਂਦਾ ਹੈ ਉਹਦੀ ਜ਼ਿੰਦਗੀ ਬਹੁਤ ਜਿਹੜੀ ਹੈ ਉਹ ਘੱਟ ਹੋ ਜਾਂਦੀ ਹੈ। ਫਿਰ ਉਹਨੇ ਡਰੱਗਸ ਤੋਂ ਉਹ ਹੋਰ ਨੋਰਮਲ ਕੰਮਕਾਰ ਤਾਂ ਉਹਨੇ ਕੀ ਕਰਨਾ, ਡਰੱਗਸ ਵਾਸਤੇ ਉਹਨੂੰ ਚਾਹੀਦੇ ਹੁੰਦੇ ਪੈਸੇ ਮਿਲਦੇ ਨੇਗੇ, ਅਤੇ ਉਹ ਫਿਰ ਕੋਈ ਚੋਰੀ ਕਰ, ਘਰ ਦਾ ਸਮਾਨ ਵੇਚ, ਕੋਈ ਕ੍ਰਾਈਮ ਕਰਕੇ ਪੈਸੇ ਇਕੱਠੇ ਕਰਦਾ। ਜਦੋਂ ਇਹ ਕਰੇਗਾ ਤਾਂ ਫੌਜਦਾਰੀ ਕੇਸ ਬਣਨੇ ਸ਼ੁਰੂ ਹੋ ਜਾਂਦੇ ਨੇ। ਫੌਜਦਾਰੀ ਕੇਸ ਬਣਨੇ ਸ਼ੁਰੂ ਹੋ ਜਾਣਗੇ ਅਤੇ ਸਾਰਾ ਧਿਆਨ ਉਸ ਪਾਸੇ ਚਲੇ ਜਾਂਦਾ। ਘਰ ਦੇ ਕਹਿੰਦੇ ਆ ਵੀ ਚਲੋ ਮੁੰਡੇ ਦਾ ਵਿਆਹ ਕਰ ਦਿੰਦੇ, ਸ਼ਾਇਦ ਠੀਕ ਹੋ ਜਾਏ। ਠੀਕ ਉਹਨੇ ਕੀ ਹੋਣਾ, ਮੈਟਰੀਮੋਨੀਅਲ ਡਿਸਪਿਊਟ ਹੋ ਜਾਂਦਾ। ਉਹ ਡਿਸਪਿਊਟ ਵੱਧਦਾ ਇਹ ਘਰਦਿਆਂ ਦੀ ਸਾਰੀ ਜ਼ਮੀਨ ਜਾਇਦਾਦ ਵਿਕਣ ਦੇ ਤੱਕ ਚਲੇ ਜਾਂਦੀ ਹੈ। ਹੈਲਥ ਖ਼ਰਾਬ ਹੋ ਜਾਂਦੀ ਹੈ, ਔਰ ਸਾਰਾ ਜੋ ਨਾ ਜੀ ਇੱਕ ਬਹੁਤ ਵੱਡੀ ਇਹ ਸਮੱਸਿਆ ਸਾਡੀ ਸੁਸਾਇਟੀ 'ਚ ਹੈ, ਜਿਹਦੇ ਬਾਰੇ ਸਾਨੂੰ ਬਹੁਤ ਧਿਆਨ ਦੇਣਾ ਪਏਗਾ। ਬਿਲਕੁਲ। ਅਤੇ ਦੂਸਰੀ ਗੱਲ ਮੈਂ ਇਹ ਕਰਨੀ ਚਾਹੁੰਦਾ ਕਿ ਅੱਜ ਕੱਲ੍ਹ ਜਿਹੜੀ ਨਾ ਜੀ ਮੈਟਰੀਮੋਨੀਅਲ ਲਿਟੀਗੇਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ। ਹਸਬੈਂਡ ਵਾਈਫ ਦੇ ਜਿਹੜੇ ਤਨਾਜ਼ੇ ਹੈ ਉਹ ਸਾਡੇ ਕੋਲ ਬਹੁਤ ਜ਼ਿਆਦਾ ਆ ਰਹੇ ਨੇ। ਇਹਦੇ ਬਾਰੇ ਸਾਨੂੰ ਦੇਖਣਾ ਪਏਗਾ ਵੀ ਕੀ ਕਾਰਨ ਹੈ, ਇਹ ਗਿਣਤੀ ਕਿਉਂ ਵੱਧਦੀ ਪਈ ਹੈ, ਔਰ ਇਹਦਾ ਇਲਾਜ ਕਿਸ ਤਰ੍ਹਾਂ ਕਰਨਾ। ਕਿਉਂਕਿ ਜੇ ਇਹ ਇਸ ਤਰ੍ਹਾਂ ਹੀ ਵੱਧਦੀ ਗਈ ਤਾਂ ਹੋ ਸਕਦਾ ਜੀ ਕਿ ਮੈਰਿਜ ਐਜ਼ ਏ ਇੰਸਟੀਟਿਊਸ਼ਨ ਹੀ ਖਤਰੇ 'ਚ ਪੈ ਜਾਵੇ। ਜੀ। ਮੁੰਡੇ ਕੁੜੀਆਂ ਵਿਆਹ ਕਰਾਉਣਾ ਹੀ ਅਵੋਇਡ ਕਰ ਦੇਣ ਕਿ ਜੀ ਇਹਦੇ ਨਾਲ, ਤਾਂ ਫਿਰ ਜਾ ਕੇ ਜੇ ਸਾਡੇ ਮਾਂ ਪਿਓ ਨੇ, ਰਿਸ਼ਤੇਦਾਰਾਂ ਨੇ ਕ੍ਰਿਮੀਨਲ ਕੇਸਾਂ 'ਚ ਇਨਵੋਲਵ ਹੋਣਾ, ਤਾਂ ਫਿਰ ਅਸੀਂ ਇਹੋ ਜਿਹਾ ਕੰਮ ਕਿਉਂ ਕਰਨਾ। ਬਿਲਕੁਲ। ਤੋ ਸਾਨੂੰ ਇਹਦੇ ਬਾਰੇ ਵੀ ਜਿਹੜਾ ਨਾ ਸਮਾਜ ਨੂੰ ਔਰ ਜਿਹੜੇ ਕੰਸਰਨਡ ਧਿਰਾਂ ਨੇ ਉਹਨਾਂ ਨੂੰ ਦੇਖਣਾ ਪਏਗਾ ਕਿ ਅਸੀਂ ਜਿਹੜਾ ਇਸ ਚੀਜ਼ ਤੋਂ ਕਿੱਦਾਂ ਉਭਰਨਾ, ਔਰ ਜਿਹੜੀ ਹੈਪੀ ਮੈਰਿਡ ਲਾਈਫ ਹੋਵੇ, ਤਾਂ ਕਿ ਸੁਸਾਇਟੀ ਵਿੱਚ ਵੀ ਜਿਹੜਾ ਵਧੀਆ ਢੰਗ ਨਾਲ ਜਿਹੜਾ ਸਾਰੇ ਵਿਚਰ ਸਕਣ। ਔਰ ਤੀਸਰੀ ਗੱਲ ਮੈਂ ਇਹ ਕਹਾਂਗਾ ਜੀ ਕਿ ਜਿਹੜੇ ਲਿਟੀਗੇਸ਼ਨ ਜਿਹੜਾ ਹੋਇਆ, ਐਕਸਪਲੋਜਨ ਹੋ ਰਿਹਾ, ਇੰਨੀਆਂ ਕੇਸ ਵੱਧਦੇ ਨੇ, ਉਹ ਜੇਕਰ ਅਸੀਂ ਸ਼ੁਰੂ ਵਿੱਚ ਹੀ ਬੈਠ ਕੇ ਆਪਸੀ ਸਹਿਮਤੀ ਨਾਲ ਜਿਹੜੇ ਆਪਣੇ ਝਗੜੇ ਨੇ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੀਏ, ਭਾਵੇਂ ਕੋਈ ਤੀਜੀ ਧਿਰ ਪੰਚਾਇਤ ਨੂੰ ਵਿੱਚ ਇਨਵੋਲਵ ਕਰ ਲਈਏ ਜਾਂ ਕੋਈ ਸਾਡਾ ਆਪਸੀ ਕਾਮਨ ਬੰਦਾ ਉਹਨੂੰ ਵਿੱਚ ਪਾ ਲਈਏ ਔਰ ਸ਼ੁਰੂ 'ਚ ਹੀ ਖ਼ਤਮ ਕਰ ਲਈਏ ਤਾਂ ਜ਼ਿਆਦਾ ਅੱਛਾ ਹੈ, ਬਜਾਏ ਇਹ ਕਿ ਜੀ ਅਦਾਲਤਾਂ ਦੇ ਵਿੱਚ ਜਾ ਕੇ ਫਿਰ ਅਸੀਂ ਕਹਿਣਾ ਜੀ ਤਰੀਕਾਂ ਬਹੁਤ ਲੰਮੀਆਂ ਪੈਂਦੀਆਂ, ਸਾਲਾਂ ਪਰ ਸਾਲ ਲੱਗ ਜਾਂਦੇ ਨੇ ਫੈਸਲੇ ਹੋਣ ਲੱਗਿਆ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ, ਆਖੋ ਉਹਨਾਂ ਨੂੰ ਜਿਹੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣਗੇ। ਸੁਰਜੀਤ ਪਾਤਰ ਨੇ ਲਿਖਿਆ, ਕਿਉਂ ਇੰਨਾ ਟਾਈਮ ਲੱਗਦਾ ਹੈ ਇਨਸਾਫ ਵਾਸਤੇ ਅਦਾਲਤਾਂ ਵਿੱਚ? ਇਹਦੇ ਇੱਕ ਕਾਰਨ ਨਹੀਂ, ਕਈ ਕਾਰਨ ਨੇ। ਇੱਕ ਤਾਂ ਇਹ ਹੈ ਕਿ ਜਿਹੜੀ ਨੰਬਰ ਆਫ ਜੱਜਿਸ ਹੈ ਉਹਨਾਂ ਦੀ ਘਾਟ ਹੈ ਜੀ, ਉਹਨਾਂ ਦੀ ਸਮੇਂ ਸਿਰ ਸਿਲੈਕਸ਼ਨ ਨਹੀਂ ਹੁੰਦੀ।
ਔਰ ਉਸ ਤੋਂ ਬਾਅਦ ਲਿਟੀਗੇਸ਼ਨ ਜਿਹੜੀ ਹੈ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਜੀ। ਜਿਹੜੇ ਦੂਸਰਾ ਮੈਕੈਨਿਜ਼ਮ ਹੈ ਜਿਹਨੂੰ ਅਸੀਂ ਆਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ ਮੈਕੈਨਿਜ਼ਮ ਕਹਿੰਦੇ ਆ, ਉਹ ਹਜੇ ਸਾਡੇ ਮੁਲਕ ਦੇ ਵਿੱਚ ਇੰਨੀ ਪੂਰੀ ਤਰ੍ਹਾਂ ਕਾਮਯਾਬੀ ਨਾਲ ਨਹੀਂ ਚੱਲ ਰਿਹਾ ਜੋ ਕਿ ਦੂਜੇ ਮੁਲਕਾਂ 'ਚ ਹੁੰਦਾ ਹੈ, ਕਿ ਜਿਹੜੇ ਝਗੜੇ ਨੇ ਉਹਨਾਂ ਨੂੰ ਤੁਸੀਂ ਅਦਾਲਤਾਂ ਤੋਂ ਬਾਹਰ ਜਿਹੜਾ ਹੈ ਉਹ ਮੀਡੀਏਸ਼ਨ ਕਹਿ ਲਓ, ਕੰਸੀਲੀਏਸ਼ਨ ਕਹਿ ਲਓ, ਆਰਬਿਟ੍ਰੇਸ਼ਨ ਕਹਿ ਲਓ, ਉਹਨਾਂ ਤਰੀਕਿਆਂ ਨਾਲ ਜਿਹੜਾ ਉਹਨਾਂ ਦਾ ਅਸੀਂ ਫੈਸਲਾ ਕਰੀਏ। ਔਰ ਇੱਕ ਹੋਰ ਗੱਲ ਜਿਹੜੀ ਹੈ ਕਿ ਦਿਨੋਂ ਦਿਨ ਨਵੇਂ ਐਕਟ ਆ ਰਹੇ ਨੇ, ਉਹਨਾਂ ਦੇ ਤਹਿਤ ਜਿਹੜੇ ਡਿਸਪਿਊਟ ਵਧੀ ਜਾਂਦੇ ਨੇ। ਪਰ ਫਿਰ ਵੀ ਅਸੀਂ ਦੇਖਿਆ ਜੀ ਕਿ ਪਿਛਲੇ ਸਮੇਂ ਵਿੱਚ ਜਦੋਂ ਕਿ ਟੈਕਨੋਲੋਜੀ ਆਈ ਹੈ, ਕੰਪਿਊਟਰਾਈਜੇਸ਼ਨ ਹੋਈ ਹੈ, ਉਹਦੇ ਨਾਲ ਇੱਕ ਅਸੀਂ ਹਮਲਾ ਮਾਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੇ ਆ ਕੇਸਿਸ ਦਾ ਫੈਸਲਾ ਕੀਤਾ ਜਾਵੇ। ਇਹਨਾਂ ਸਾਰਿਆਂ ਕਾਰਨਾਂ ਕਰਕੇ ਇਹ ਸਮੱਸਿਆ ਅਰਾਈਜ਼ ਕੀਤੀ ਹੈ। ਲੇਕਿਨ ਫਿਰ ਵੀ ਜੋ ਜਿਹੜੇ ਸੰਬੰਧਿਤ ਧਿਰਾਂ ਨੇ ਉਹ ਕੋਸ਼ਿਸ਼ ਕਰ ਰਹੀਆਂ ਸਾਰੀਆਂ ਕਿ ਜੀ ਇਸ ਦਾ ਹੱਲ ਲੱਭਿਆ ਜਾਵੇ ਔਰ ਜਿਹੜੀ ਪੈਂਡੈਂਸੀ ਹੈ ਉਹਨੂੰ ਜਿਹੜਾ ਘੱਟ ਤੋਂ ਘੱਟ ਕੀਤਾ ਜਾਵੇ। ਜੀ, ਇਹ ਤਾਂ ਖੈਰ ਬੜੀ ਗੰਭੀਰ ਗੱਲ ਸੀ। ਮਦਾਨ ਸਾਹਿਬ, ਹਰੇਕ ਪੇਸ਼ੇ ਵਿੱਚ ਜਦੋਂ ਕੋਈ ਵੀ ਇਨਸਾਨ ਰਹਿੰਦਾ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਬਿਤਾਉਂਦਾ ਹੈ ਅਤੇ ਉਹਦੇ ਬਹੁਤ ਸਾਰੀ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਵੀ ਰਹਿੰਦੇ ਆ। ਜੀ, ਤੁਹਾਡੇ ਪ੍ਰੋਫੈਸ਼ਨ ਵਿੱਚ ਤੁਹਾਡੇ ਕੀ ਤਜਰਬੇ ਰਹੇ? ਕਈ ਕੇਸਿਸ ਮੇਰੇ ਕੋਲ ਐਸੇ ਆਏ ਆ ਜਿੱਥੇ ਮੈਨੂੰ ਲੱਗਾ ਕਿ ਜੀ ਲੋਕਾਂ ਨਾਲ ਧੱਕਾ ਹੋਇਆ ਜੀ, ਅਤੇ ਮੈਂ ਕੋਸ਼ਿਸ਼ ਕੀਤੀ ਆ ਜੀ ਕਿ ਉਹ ਜਿਹੜਾ ਧੱਕਾ ਹੋਇਆ ਉਹਨੂੰ ਜਿਹੜਾ ਫੈਸਲਾ ਉਹਦਾ ਠੀਕ ਕਰਕੇ, ਜੇ ਕੋਈ ਬੰਦਾ ਗਲਤ ਤੌਰ 'ਤੇ ਜਿਹਨੂੰ ਸਜ਼ਾ ਹੋਈ ਹੈ ਉਹਦੀ ਸਜ਼ਾ ਜਿਹੜੀ ਆ ਉਹ ਖ਼ਤਮ ਕੀਤੀ ਜਾਵੇ, ਔਰ ਜੇ ਬੰਦਾ ਗਲਤ ਤੌਰ ਦੇ ਉੱਤੇ ਜਿਹੜਾ ਬਰੀ ਹੋਇਆ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ, ਤਾਂ ਕਿ ਸੁਸਾਇਟੀ ਵਿੱਚ ਫਿਰ ਇਹ ਮੈਸੇਜ ਗਲਤ ਚਲਾ ਜਾਂਦਾ। ਕਿਉਂਕਿ ਜੇ ਗੁਨਾਹਗਾਰ ਬੰਦੇ ਨੂੰ ਅਸੀਂ ਛੱਡ ਦਿੰਦੇ ਹਾਂ ਤਾਂ ਫਿਰ ਉਹ ਜਿਹੜਾ ਪੋਟੈਂਸ਼ੀਅਲ ਕ੍ਰਿਮੀਨਲ ਹੈ ਜਾਂ ਉਹ ਕਹਿੰਦਾ ਵੀ ਇਹ ਤਾਂ ਗੱਲ ਹੀ ਕੋਈ ਨਹੀਂ, ਤੁਸੀਂ ਕ੍ਰਾਈਮ ਕਰੋ ਔਰ ਤੁਹਾਨੂੰ ਹੋਣਾ ਹੀ ਕੁਝ ਨਹੀਂ ਜੀ। ਔਰ ਜੇ ਅਸੀਂ ਇੱਕ ਬੇਗੁਨਾਹ ਬੰਦੇ ਨੂੰ ਕੈਦ ਕਰ ਦਿੰਦੇ ਹਾਂ ਤਾਂ ਵੀ ਸੁਨੇਹਾ ਗਲਤ ਜਾਂਦਾ ਵੀ ਕੋਈ ਇਸਨੇ ਵਿਚਾਰੇ ਨੇ ਕੀਤਾ ਕਰਾਇਆ ਤਾਂ ਹੈ ਨਹੀਂ, ਅਤੇ ਐਵੇਂ ਫੜ ਕੇ ਇਹਨੂੰ ਅੰਦਰ ਕਰ ਦਿੱਤਾ ਜੀ। ਤੋ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੰਨਾ ਵੀ ਮੈਂ ਸਮਝਦਾ ਕਿ ਅਸੀਂ ਜਿਹੜੇ ਹੈ ਇਹ ਦੇਖੀਏ ਕਿ ਬੇਗੁਨਾਹ ਕੈਦ ਨਾ ਹੋਣ ਔਰ ਗੁਨਾਹਗਾਰ ਜਿਹੜੇ ਹੈਗੇ ਆ ਉਹ ਬਚ ਕੇ ਨਾ ਜਾਣ, ਔਰ ਜਿਹਦਾ ਵੀ ਜਿੰਨਾ ਵੀ ਡਿਊ ਬਣਦਾ ਕਿਸੇ ਬੰਦੇ ਦਾ ਸਿਵਲ ਲਿਟੀਗੇਸ਼ਨ ਦੇ ਵਿੱਚ ਜਿਸ ਤਰ੍ਹਾਂ ਵੀ ਹੈਗਾ ਉਹਨੂੰ ਟਾਈਮ ਸਿਰ ਦਿੱਤਾ ਜਾਵੇ। ਟਾਈਮਲੀ ਜਿਹੜਾ ਜਸਟਿਸ ਹੈ ਨਾ ਜੀ ਉਹ ਜ਼ਰੂਰੀ ਹੈ ਔਰ ਉਹਦੇ ਲਈ ਜਿਹੜੇ ਨਾ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ। ਚਲੋ, ਤੁਹਾਨੂੰ ਇੱਕ ਵਾਰੀ ਫਿਰ ਮਾਜ਼ੀ ਵੱਲ ਲੈ ਕੇ ਚੱਲਦੇ ਹਾਂ ਜੀ। ਉਹਨਾਂ ਦਿਨਾਂ ਦੀ ਗੱਲ ਕਰਦੇ ਹਾਂ ਜਦੋਂ ਤੁਸੀਂ ਵੀ ਮੁੱਛ ਫੁੱਟ ਗੱਭਰੂ ਸੀ ਅਤੇ ਕਾਲਜ ਦੇ ਵਿੱਚ ਪੜ੍ਹਦੇ ਸੀ। ਜੀ ਜੀ। ਕਿੱਦਾਂ ਦੇ ਦਿਨ ਸੀ ਉਹ? ਕਾਲਜ ਦੇ ਦਿਨ ਤਾਂ ਹਮੇਸ਼ਾ ਅੱਛੇ ਰਹਿੰਦੇ ਨੇ ਜੀ। ਮੈਂ ਕਿਉਂਕਿ ਸਾਇੰਸ ਸਟੂਡੈਂਟ ਰਿਹਾ ਜੀ ਕਿ ਸਾਡਾ ਧਿਆਨ ਤਾਂ ਬਹੁਤਾ ਫਿਰ ਪੜ੍ਹਾਈ ਵਾਲੇ ਪਾਸੇ ਹੀ ਹੁੰਦਾ, ਮਸਤੀਆਂ ਵਾਲੇ ਪਾਸੇ ਨਹੀਂ ਸੀ। ਇਹ ਹੈ ਵੀ ਮੈਂ ਕਿਤਾਬਾਂ ਜ਼ਰੂਰ ਮੈਂ ਪੜ੍ਹਦਾ ਰਿਹਾ ਜੀ। ਸ਼ੁਰੂ ਤੋਂ ਹੀ ਮੈਨੂੰ ਆਦਤ ਸੀਗੀ ਕਿ ਜਨਰਲ ਜਿਹੜੀਆਂ ਬੁੱਕਸ ਹੈ ਉਹ ਮੈਂ ਪੜ੍ਹਦਾ ਸੀ। ਦੈਟ ਵਾਜ਼ ਮਾਈ ਹੌਬੀ। ਔਰ ਮੈਂ ਮਿਊਜ਼ਿਕ ਵਗੈਰਾ ਸੁਣਦਾ ਰਿਹਾ, ਬਸ ਇੰਨਾ, ਇੱਥੋਂ ਤੱਕ, ਜ਼ਿਆਦਾ ਨਹੀਂ। ਉਹ ਉਮਰ ਜਦੋਂ ਕਿ ਤੁਹਾਡੀ ਮਿਹਨਤ ਕਰਨ ਦੀ ਹੈ ਔਰ ਤੁਹਾਡੀ ਕੋਸ਼ਿਸ਼ ਕਰਨ ਦੀ ਹੈ ਕਿ ਤੁਸੀਂ ਕੁਝ ਲਾਈਫ 'ਚ ਬਣ ਸਕੋ, ਉਹ ਤੁਸੀਂ ਐਵੇਂ ਘੁੰਮ ਫਿਰ ਕੇ ਮੌਜ ਮਸਤੀਆਂ ਕਰਕੇ ਜੇ ਬਿਤਾ ਦਿਓ ਅਤੇ ਉਹਦਾ ਫਿਰ ਰਿਜ਼ਲਟ ਕੋਈ ਬਹੁਤਾ ਚੰਗਾ ਨਹੀਂ ਹੁੰਦਾ, ਫਿਰ ਬੰਦਾ ਲਾਈਫ ਸੈਟਲ ਹੀ ਨਹੀਂ ਹੋ ਪਾਉਂਦਾ। ਅਤੇ ਇਹ ਠੀਕ ਹੈ ਜੀ ਕਿ ਮੈਂ ਆਪਣਾ ਲਾਈਫ 'ਚ ਸੈਟਲ ਹੋਣ ਤੋਂ ਬਾਅਦ ਮੈਂ ਆਪਣੇ ਪੂਰੇ ਸ਼ੌਂਕ ਕੀਤੇ ਆ ਜੀ। ਕਿਤਾਬਾਂ ਵੀ ਪੜ੍ਹੀਆਂ ਔਰ ਮੈਨੂੰ ਘੁੰਮਣ ਫਿਰਨ ਦਾ ਬੜਾ ਸ਼ੌਂਕ ਹੈ। ਬੜੇ ਮੁਲਕ ਮੈਂ ਆਪਣੇ ਘੁੰਮ ਕੇ ਆਇਆ ਔਰ ਜੋ ਮੈਂ ਕਰਨਾ ਚਾਹੁੰਦਾ ਸੀਗਾ ਉਹ ਮੈਂ ਕੀਤਾ ਜੀ। ਹੁਣ ਵੀ ਮੈਂ ਜੋ ਮੇਰੇ ਕੋਈ ਚੀਜ਼ ਜੋ ਮੈਂ ਨਹੀਂ ਕਰ ਪਾਇਆ ਪਹਿਲਾਂ ਉਹ ਮੈਂ ਹੁਣ ਕਰ ਰਿਹਾ। ਕੋਈ ਐਸੀ ਮਦਾਨ ਸਾਹਿਬ, ਤੁਸੀਂ ਬਹੁਤ ਸਾਰੇ ਮੁਲਕਾਂ 'ਚ ਘੁੰਮੇ ਜੀ। ਉਹਨਾਂ ਮੁਲਕਾਂ 'ਚ ਅਤੇ ਆਪਣੇ ਮੁਲਕ ਦੇ ਵਿੱਚ ਕੋਈ ਫਰਕ ਨਜ਼ਰ ਆਇਆ? ਜੇ ਆਇਆ, ਬਿਹਤਰ ਆਇਆ ਕਿ ਬਦਤਰ ਆਇਆ? ਮੈਂ ਇਹ ਸਮਝਦਾ ਜੀ ਕਿ ਉਹਨਾਂ ਮੁਲਕਾਂ 'ਚ ਸਾਰੀਆਂ ਚੀਜ਼ਾਂ ਚੰਗੀਆਂ ਨਹੀਂ, ਅਤੇ ਸਾਡੇ ਮੁਲਕ ਵਿੱਚ ਜਿਹੜੇ ਲੋਕ ਨੁਕਸ ਕੱਢਦੇ ਨੇ ਉਹ ਸਾਰੀਆਂ ਚੀਜ਼ਾਂ ਮਾੜੀਆਂ ਨੇ। ਕਈ ਚੀਜ਼ਾਂ ਸਾਡੇ ਕਲਚਰ ਦੀਆਂ ਔਰ ਸਾਡੇ ਮੁਲਕ ਦੀਆਂ ਬਹੁਤ ਅੱਛੀਆਂ ਨੇ, ਜਿਸ ਤਰ੍ਹਾਂ ਕਿ ਦੇਖੋ ਜਿੱਦਾਂ ਸਾਡੀ ਸੋਸ਼ਲ ਲਾਈਫ ਹੈ, ਫੈਮਿਲੀ ਲਾਈਫ ਹੈ, ਉਹ ਅਸੀਂ ਇਕੱਠੇ ਰਹਿੰਦੇ ਹਾਂ। ਉੱਥੇ ਜਿਹੜਾ ਨਾ ਆਈਸੋਲੇਸ਼ਨ ਹੈ ਵੈਸਟਰਨ ਸੁਸਾਇਟੀ ਦੇ ਵਿੱਚ, ਉਹ ਇਕੱਲੇ ਰਹਿੰਦੇ ਨੇ ਔਰ ਕੋਈ ਇੱਕ ਦੂਜੇ ਨਾਲ ਕੋਈ ਤਲਕ ਵਾਸਤਾ ਨਹੀਂ ਹੈ, ਕੋਈ ਸੋਸ਼ਲ ਰੈਕਗਨੀਸ਼ਨ ਨਹੀਂ ਹੈ। ਉੱਥੇ ਤੁਹਾਨੂੰ ਕੰਮ ਬੇਇੰਤਹਾ ਕਰਨਾ ਪੈਂਦਾ। ਸੋ ਉਹਨਾਂ ਦੇ ਕੁਝ ਪੋਜ਼ੀਟਿਵ ਪੁਆਇੰਟ ਹੈਗੇ ਨੇ, ਕੁਝ ਸਾਡੇ ਨੇ ਮਤਲਬ ਰਲਿਆ ਮਿਲਿਆ ਜਿਹਾ ਦਾ ਹੈਗਾ,
ਪਰ ਫਿਰ ਵੀ ਮੈਂ ਸਮਝਦਾ ਕਿ ਪ੍ਰੈਜ਼ੈਂਟਲੀ ਜਦ ਅਸੀਂ ਦੇਖੀਏ ਪਾਸ ਦੇ ਵਿੱਚ ਤਾਂ ਠੀਕ ਹੈ ਕਿ ਇੰਡੀਆ ਕੋਈ ਜਦੋਂ ਡਿਵੈਲਪ ਕਰ ਰਿਹਾ ਸੀ ਉਦੋਂ ਕਈ ਚੀਜ਼ਾਂ ਇੱਥੇ ਨਹੀਂ ਸੀ ਹੈਗੀਆਂ, ਲੇਕਿਨ ਹੁਣ ਮੈਂ ਦਾਅਵੇ ਨਾਲ ਕਹਿ ਸਕਦਾ ਕਿਉਂਕਿ ਮੈਂ ਕਾਫੀ ਘੁੰਮਿਆ, ਕਈ ਮੁਲਕ ਘੁੰਮੇ ਨੇ, ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ, ਜਰਮਨੀ ਐਂਡ ਸੋ ਮੈਨੀ ਅਦਰ ਕੰਟਰੀਜ਼ ਜੀ, ਕਿ ਉਹਨਾਂ ਮੁਲਕਾਂ 'ਚ ਮੈਨੂੰ ਕੋਈ ਐਸੀ ਚੀਜ਼ ਦੇਖਣ ਨੂੰ ਨਹੀਂ ਮਿਲੀ ਜਿਹੜੀ ਕਿ ਇੰਡੀਆ 'ਚ ਨਹੀਂ। ਮੈਨੂੰ ਬੜੀ ਖੁਸ਼ੀ ਹੁੰਦੀ ਆ, ਔਰ ਇੰਡੀਅਨਸ ਨੂੰ ਬੜਾ ਅੱਛੇ ਢੰਗ ਨਾਲ ਲੋਕ ਡੀਲ ਕਰਦੇ ਨੇ ਉੱਥੇ, ਔਰ ਬੜਾ ਰਿਸਪੈਕਟ ਮਿਲਦੀ ਹੈ, ਔਰ ਠੀਕ ਹੈ। ਮੈਂ ਸਮਝਦਾ ਕਿ ਆਪਣੇ ਮੁਲਕ 'ਚ ਰਹਿਣਾ ਜੋ ਹੈ ਬਹੁਤ ਵਧੀਆ ਗੱਲ ਹੈ, ਔਰ ਨਥਿੰਗ ਲਾਈਕ ਇੰਡੀਆ। ਜੀ ਬਿਲਕੁਲ, ਵੈਸੇ ਵੀ ਆਪਣੇ ਦੇਸ਼ ਦੀ ਵੀ, ਆਪਣੇ ਵਤਨ ਦੀ ਮਿੱਟੀ ਜਿਹੜੀ ਹੁੰਦੀ ਆ ਜੀ ਉਹਦੀ ਮਹਿਕ ਤੁਹਾਨੂੰ ਵਾਪਸ ਖਿੱਚ ਕੇ ਲੈ ਹੀ ਆਉਂਦੀ ਹੈ। ਜੀ। ਤੇ ਤੁਹਾਡੇ ਵਰਗੇ ਲੋਕ, ਮਿੱਟੀ ਨਾਲ ਜੁੜੇ ਲੋਕ ਜਿਨ੍ਹਾਂ ਨੇ ਸੰਘਰਸ਼ ਕੀਤਾ ਜ਼ਿੰਦਗੀ 'ਚ, ਇੰਨੀ ਪੜ੍ਹਾਈ ਕੀਤੀ, ਇੰਨੇ ਸਾਰੇ ਫੈਸਲੇ ਕੀਤੇ, ਇਨਸਾਫ ਕੀਤੇ, ਉਹਨਾਂ ਵਾਸਤੇ ਤਾਂ ਵਤਨ ਦੀ ਮਿੱਟੀ ਦੀ ਮਹਿਕ ਹੋਰ ਵੀ ਜ਼ਿਆਦਾ ਦੁਬਾਲਾ ਹੋ ਜਾਂਦੀ ਹੈ। ਸਰਦਾਰ ਹਰਮਿੰਦਰ ਸਿੰਘ ਮਦਾਨ ਜੀ, ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਆਕਾਸ਼ਵਾਣੀ ਦੇ ਸਟੂਡੀਓ 'ਚ ਆਏ। ਆਖਰੀ ਮੇਰਾ ਇੱਕ ਸਵਾਲ ਕਿ ਇੱਕ ਅਰਸੇ ਬਾਅਦ ਆਕਾਸ਼ਵਾਣੀ ਜਲੰਧਰ ਨਾਲ ਫਿਰ ਜੁੜਨ 'ਤੇ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਮੈਨੂੰ ਬਹੁਤ ਅੱਛਾ ਲੱਗ ਰਿਹਾ ਜੀ। ਮੈਨੂੰ ਪੁਰਾਣੀਆਂ ਯਾਦਾਂ ਜਿਹੜੀਆਂ ਮੇਰੀਆਂ ਤਾਜ਼ਾ ਹੋ ਰਹੀਆਂ। ਇਸੇ ਸਟੂਡੀਓ 'ਚ ਮੈਂ ਕੋਈ ਤਕਰੀਬਨ 35-40 ਸਾਲ ਪਹਿਲਾਂ ਜਿਹੜਾ ਪ੍ਰੋਗਰਾਮ 'ਚ ਪਾਰਟੀਸਪੇਟ ਕਰਦਾ ਰਿਹਾ, ਔਰ ਮੈਂ ਆਪਣੇ ਫਾਦਰ ਨਾਲ ਵੀ, ਸਾਹਿਬ ਬਲਵੰਤ ਸਿੰਘ ਮਦਾਨ, ਜਿਹੜੇ ਇੱਥੇ ਕਾਫੀ ਤੁਹਾਨੂੰ ਮੈਂ ਦੱਸਿਆ ਕਿ ਨਾਟਕ ਲਿਖਦੇ ਰਹੇ ਨੇ, ਉਹਨਾਂ ਨਾਲ ਵੀ ਮੈਂ ਆਉਂਦਾ ਰਿਹਾ ਅਤੇ ਮੈਨੂੰ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ। ਮੈਨੂੰ ਬਹੁਤ ਅੱਛਾ ਲੱਗਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੁਖੀ ਜੀ, ਤੁਸੀਂ ਮੈਨੂੰ ਇੱਥੇ ਬੁਲਾਇਆ ਔਰ ਮੈਂ ਆਇਆ। ਮੈਨੂੰ ਸਟੇਸ਼ਨ ਡਾਇਰੈਕਟਰ ਸਾਹਿਬ ਬਹੁਤ ਅੱਛੇ ਨੇ ਜੀ, ਉਹਨਾਂ ਨੇ ਬੜੇ ਵਧੀਆ ਢੰਗ ਨਾਲ ਡੀਲ ਕੀਤਾ, ਔਰ ਆਕਾਸ਼ਵਾਣੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਮੈਨੂੰ ਮੌਕਾ ਦਿੱਤਾ ਜੀ ਕਿ ਮੈਂ ਆਪਣੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਉਹ ਤਾਜ਼ਾ ਕਰ ਸਕਾਂ। ਸਰਦਾਰ ਹਰਮਿੰਦਰ ਸਿੰਘ ਮਦਾਨ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਧੰਨਵਾਦ ਜੀ, ਥੈਂਕ ਯੂ।